SC वर्ग के बाबा साहब की फोटो के इन्नी चिंत तो फिर वध समान तुसीं दे सकते हो। रसोई दे विच कोई घ्यो दे सकते हो, खंड दे सकते हो, या कोई होर समान दे सकते हो। पर मान साहब जी 15 जिहड़ा तुसीं जिहड़े हिसाब नाल डिलीवरी करते हो करोगे उस हिसाब नाल तां साडा ऐसी भाईचारे दे विच घर दे विच 15 दिन की कणक चलनी है, 15 दिन नहीं आटा चलना साडे ते ना ही असीं चला सकते। ਇਹਦੇ ਵਿੱਚ ਸਾਡਾ ਨੁਕਸਾਨ ਹੈ, ਸਾਡੇ ਬੱਚੇ ਵੀ ਬਿਮਾਰ ਹੋਣ। ਮਰੀਜ਼ ਨੂੰ ਤਾਂ ਚੰਡੀਗੜ੍ਹ PGI ਲੁਧਿਆਣਾ ਫਰੀਦਕੋਟ ਰੈਫਰ ਕਰਨਾ ਪੈਂਦਾ ਇਹਨਾਂ ਚੋਂ। ਇੱਕ ਤੁਹਾਡੇ MLA ਸਾਹਿਬ ਵੀ ਬੋਲੇ ਸੀ ਜੈਤੋ ਦੇ, ਕਹਿੰਦੇ ਸਾਡੇ ਕੋਲ ਡਾਕਟਰ ਹੀ ਹੈ ਨਹੀਂ ਉੱਥੇ। ਫਿਰ ਇਹੋ ਜਿਹੇ ਲੱਗਦੀ ਨੇ ਕੀ ਕਰੋ ਨਾ, ਜਦੋਂ ਉਹਨਾਂ ਨੂੰ ਅਪਗ੍ਰੇਡ ਕਰ ਦਿਓ, ਹਸਪਤਾਲਾਂ ਨੂੰ ਅਪਗ੍ਰੇਡ ਕਰੋ। ਡਾਕਟਰ ਤਾਂ ਭੱਜ ਰਹੇ ਹੈ, ਜਦੋਂ ਦੀ ਤੁਹਾਡੀ ਸਰਕਾਰ ਆਈ ਹੈ ਡਾਕਟਰ ਅਸਤੀਫੇ ਦੇ ਕੇ ਭੱਜ ਰਹੇ ਹੈ। ਕੀ ਕਰੋਗੇ ਕੋਈ ਲੱਗਦੀ ਨਹੀਂ ਖੋਲ ਕੇ ਤੁਸੀਂ? ਡਾਕਟਰ ਤਾਂ ਤੁਹਾਡੇ ਕੋਲ ਪੂਰੇ ਨਹੀਂ ਆ ਰਹੇ, ਡਾਕਟਰ ਤਾਂ ਭੱਜ ਰਹੇ, ਹੋਰ ਵੀ ਭੱਜਣਗੇ। ਮੁਹੱਲਾ ਕਲੀਨਿਕ ਤੁਸੀਂ ਖੋਲ ਰਹੇ ਹੋ, ਠੀਕ ਹੈ, ਕੋਈ ਤੁਹਾਡੀ ਪਾਲਿਸੀ ਹੋਣੀ ਹੈ ਦਿੱਲੀ ਵਾਲਿਆਂ ਦੀ, ਤਾਂ ਇਹਦੇ ਵਿੱਚ ਸਾਡਾ 40% ਇਹਦੇ 'ਚ ਰਿਜ਼ਰਵ ਕੋਟਾ ਰੱਖ ਦਿਓ ਵੀ ਸਾਨੂੰ ਇਹਦੇ 'ਚ ਪਹਿਲ ਦਿੱਤੀ ਜਾਵੇ, ਦਵਾਈਆਂ 'ਚ ਪਹਿਲ ਦਿੱਤੀ ਜਾਵੇ ਸਾਨੂੰ। ਕੋਈ ਹੋਰ ਜਿਹੜਾ ਕੋਈ ਟੈਸਟ ਹੋਣੇ ਆ ਜਾਂ ਕੋਈ ਐਕਸਰਾ ਹੁੰਦਾ ਹੈ ਜਾਂ ਕੋਈ ਹੋਰ ਟੈਸਟ ਹੁੰਦੇ ਆ ਉਹਦੇ 'ਚ ਵੀ ਸਾਨੂੰ ਪਹਿਲ ਦਿੱਤੀ ਜਾਵੇ, ਇਹਦੇ 'ਚ ਰਿਜ਼ਰਵ ਕੋਟਾ ਰੱਖਿਆ ਜਾਵੇ। ਜਿਹੜੇ ਅਨੁਸੂਚਿਤ ਜਾਤੀ ਜਾਂ ਬੈਕਵਰਡ ਕਲਾਸ ਦੇ ਰਿਜ਼ਰਵ ਦੇ ਜਿਹੜੇ ਬੰਦੇ ਨੇ ਉਹ ਮਤਲਬ ਕਿ ਉਹਨਾਂ 'ਚ ਕੁਆਲੀਫਿਕੇਸ਼ਨ ਪੂਰੀ ਨਹੀਂ ਹੈ, ਕੁਆਲਿਟੀ ਉਹਨਾਂ 'ਚ ਹੈ ਨਹੀਂ। ਕੀ ਕਾਰਨ ਹੈ ਕਿ ਆ ਸਾਡੇ ਬੰਦੇ ਜੱਜ ਵੀ ਲੱਗੇ ਹੋਏ ਨੇ, IAS ਅਫਸਰ ਨੇ, IPS ਅਫਸਰ ਨੇ, ਡਾਕਟਰ ਨੇ, ਇੰਜੀਨੀਅਰ ਨੇ, ਕਿਆ ਉਹ ਕਾਬਲ ਨਹੀਂ ਹੈ? ਤੁਹਾਨੂੰ ਪਤਾ ਹੀ ਆਪ ਤੇ ਖਾਸ ਦੇਖੋ ਤੁਸੀਂ, ਮੈਂ ਸਤਿਕਾਰਯੋਗ ਵੀਰੇ ਜਿਹੜੇ ਮੈਨੂੰ ਦੇਖ ਰਹੇ ਆ ਸਾਰੇ ਭਰਾ ਮੇਰੇ, ਆਪ ਹੀ ਤੁਸੀਂ ਦੇਖਿਆ ਨਾ ਜਾਂ ਤਾਂ ਜੱਜਾਂ ਦੇ ਮੁੰਡੇ ਜੱਜ ਹੁੰਦੇ ਆ ਜਾਂ ਜਿਹੜੇ ਉੱਥੇ ਕੋਈ ਸੀਨੀਅਰ ਅਫਸਰ ਲੱਗੇ ਉਹਨਾਂ ਦੇ ਮੁੰਡੇ ਜੱਜ ਹੋ ਜਾਂਦੇ ਆ। IAS ਦਾ ਅਫਸਰ ਮੁੰਡਾ IAS, IPS ਦਾ ਮੁੰਡਾ IPS। ਕਿ ਸਾਨੂੰ ਕਿਉਂ ਨਹੀਂ ਨੁਮਾਇੰਦਗੀ ਮਿਲਦੀ? ਇਸੇ ਕਰਕੇ ਨਹੀਂ ਮਿਲਦੀ ਕਿ ਇੱਕ ਜੁਡੀਸ਼ੀਅਲ ਕਮਿਸ਼ਨ ਬਣਾਵੇ ਜੀ। ਇਹ ਬੜੀ ਦੁੱਖ ਦੀ ਗੱਲ ਹੈ ਵੀ ਜੋ ਪੰਜਾਬ ਸਰਕਾਰ ਨੇ ਰਿਜ਼ਰਵ ਦੇ ਬੰਦਿਆਂ ਨੂੰ ਇਹ ਕਿਹਾ ਵੀ ਇਹ ਕਾਬਲ ਨਹੀਂ ਹੈ, ਇਹ ਬਹੁਤ ਮੰਦਭਾਗੀ ਗੱਲ ਹੈ। ਇਹ ਬੇਨਤੀ ਕੀਤੀ ਹੈ ਕਰ ਰਹੇ ਹਾਂ ਅਸੀਂ ਵੀ ਇਸ ਨੂੰ ਤੁਰੰਤ ਆਪਣੇ ਫੈਸਲੇ ਨੂੰ ਵਾਪਸ ਲੈ ਕੇ ਰਿਜ਼ਰਵੇਸ਼ਨ ਜਿਹਨੇ ਕੇਡਰ ਨੇ ਉਹਨਾਂ ਦੀ ਪੂਰੀ ਕੀਤੀ ਜਾਵੇ। ਚੰਗੇ ਘਰੇਲੂ ਚੰਗੇ ਘਨਾੜ ਲੋਕ ਆ ਜਿਨ੍ਹਾਂ ਦੀਆਂ ਫੈਕਟਰੀਆਂ ਲੱਗੀਆਂ, ਜਿਨ੍ਹਾਂ ਦੇ 20-30 ਕਿੱਲੇ ਜ਼ਮੀਨ ਦੇ ਆ, ਉਹ ਮਨਰੇਗਾ ਦੀ ਸਕੀਮ ਦੇ ਵਿੱਚ ਪੈਸੇ ਲੈ ਰਹੇ ਆ, ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਰਹੇ ਆ, ਉਹਨਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ। ਮਾਨ ਸਾਹਿਬ ਚੁੱਪ ਕਿਉਂ? ਕਰੋ ਕਾਰਵਾਈ। ਜਿਹੜੇ ਪਰਚੇ ਕਰਾਏ ਹੋਏ ਆ ਪਿਛਲੀਆਂ ਸਰਕਾਰਾਂ ਨੇ ਨਜਾਇਜ਼ ਤੇ ਰਾਜਨੀਤਿਕ ਪਰਚੇ ਜਿਹੜੇ, ਉਹਨਾਂ ਨੂੰ ਲੋਕ ਅਦਾਲਤਾਂ ਦੇ ਵਿੱਚ ਲਿਆਂਦਾ ਜਾਵੇ। ਲੋਕ ਅਦਾਲਤਾਂ ਲਾਈਆਂ ਜਾਣ ਜਿੱਥੇ ਅਸੀਂ ਬੇਝਿਜਕ ਹੋ ਕੇ ਜਾ ਸਕੀਏ, ਕਿਉਂਕਿ ਪਰਚਿਆਂ ਦੇ ਵਿੱਚ ਜਦੋਂ ਜੁਡੀਸ਼ੀਅਲਾਂ ਦੇ ਕੇਸ ਲੱਗਦੇ ਉੱਥੇ ਦਬਾਇਆ ਜਾਂਦਾ, ਸਾਨੂੰ ਬਿਆਨਾਂ ਤੋਂ ਦਬਾਇਆ ਜਾਂਦਾ ਉੱਥੇ। ਇਸ ਕਰਕੇ ਖੁੱਲ੍ਹੇਆਮ ਲੋਕ ਅਦਾਲਤਾਂ ਲੱਗਣੀਆਂ ਚਾਹੀਦੀਆਂ ਜਿੱਥੇ ਕਿ ਖੁੱਲ੍ਹੇਆਮ ਬਿਆਨ ਦੇ ਸਕੀਏ ਤੇ ਉਹ ਪਰਚਾ ਦਰਜ ਕਰਾ ਸਕੀਏ ਤੇ ਸ਼ਰੇਆਮ ਅਸੀਂ ਜਿਹੜੇ ਆਪਦੇ ਪ੍ਰੂਫ ਰੱਖ ਸਕੀਏ ਵੀ ਅਸੀਂ ਨਜਾਇਜ਼। ਕਿਉਂਕਿ ਮੋਦੀ ਸਰਕਾਰ ਨੇ ਜਿਹੜੀ ਸੈਂਟਰ ਸਰਕਾਰ ਦੀ ਇੱਕ ਸਕੀਮ ਸੀ 5 ਲੱਖ ਰੁਪਏ ਤੱਕ ਇਲਾਜ ਅਸੀਂ ਫ੍ਰੀ ਕਰਾ ਸਕਦੇ ਸੀ, ਇਹ ਕਾਰਡ ਬਣਿਆ ਸੀ ਆਧਾਰ ਕਾਰਡ ਦੇ ਨਾਲ ਟੈਕਸ, ਪਰ ਮਾਨ ਸਾਹਿਬ ਉਹ ਤੁਸੀਂ ਬੰਦ ਕਰ ਦਿੱਤੀ। ਤੁਸੀਂ ਇਹ ਆਰਡਰ ਕਰਤਾ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਕਰਾਇਆ ਜਾਵੇ ਤੇ ਮਾਨ ਸਾਹਿਬ ਸਾਨੂੰ ਇਹ ਗੱਲ ਦਾ ਜਵਾਬ ਦੇ ਦਿਓ, ਸਰਕਾਰੀ ਹਸਪਤਾਲਾਂ ਦੇ ਡਾਕਟਰ ਹੀ ਨਹੀਂ ਪੂਰੇ, ਕਿੱਥੋਂ ਕਰਾਵਾਂਗੇ ਇਲਾਜ? ਲਾਈਨਾਂ ਲੱਗਦੀਆਂ ਹਸਪਤਾਲਾਂ ਦੇ ਵਿੱਚ, ਡਾਕਟਰ ਤਾਂ ਤੁਹਾਡੀ ਸਰਕਾਰ ਤੋਂ ਡਰਦੇ ਭੱਜੇ ਜਾਂਦੇ ਆ, ਉਹਨਾਂ ਨੇ ਆਪੋ ਆਪਣੇ ਕਲੀਨਿਕ ਖੋਲ੍ਹੇ ਆ ਪਿੰਡਾਂ ਦੇ ਵਿੱਚ ਜਾ ਕੇ, ਸ਼ਹਿਰਾਂ ਦੇ ਵਿੱਚ ਜਿੱਥੇ ਮਰਜ਼ੀ ਜਾਓ, ਜਿੱਥੇ ਸਰਕਾਰੀ ਹਸਪਤਾਲ ਹੈ 2-2 3-3 ਡਾਕਟਰ ਅਸਤੀਫਾ ਦੇ ਕੇ ਤੁਰਦੇ ਆ। ਤੁਹਾਡੀ ਨਲਾਇਕੀ ਕਰ, ਕੋਈ ਮੱਝਾਂ ਪਾਲ ਲੈਣ, ਕੋਈ ਡੇਅਰੀਆਂ ਕਰ ਲੈਣ, ਕੋਈ ਮੁਰਗੀ ਖਾਨਾ ਖੋਲ ਲੇ, ਕੋਈ ਹੋਰ ਕੋਈ ਮੱਛੀ ਪਾਲਣ ਖੋਲ ਲੇ, ਕੋਈ ਸ਼ਹਿਦ ਮੱਖੀ ਇਹ ਨਾ ਖੋਲ ਲੈਣ। ਇਹੋ ਜਿਹੀਆਂ ਸਕੀਮਾਂ ਦੇ ਦਿਓ, 10 ਲੱਖ ਦਾ ਲੋਨ ਦਿਓ,
ਸਾਡੇ ਬੱਚੇ ਭੁੱਖੇ ਨਾ ਮਰਨ, ਅਸੀਂ ਆਪਦਾ ਵਧੀਆ ਗੁਜ਼ਾਰਾ ਕਰ ਸਕੀਏ। ਸਾਨੂੰ ਨੌਕਰੀਆਂ ਦੀ ਲੋੜ ਨਹੀਂ, 10 ਸਾਲ ਦਾ ਕਰਕੇ ਦੇ ਦਿੱਤਾ। ਸਤਿ ਸ਼੍ਰੀ ਅਕਾਲ ਪੰਜਾਬੀਓ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਲਾਈਵ ਦੌਰਾਨ ਅਸੀਂ ਬੇਨਤੀ ਕਰਦੇ ਹਾਂ, ਪੰਜਾਬ ਦੇ ਐਸਸੀ ਵਰਗ ਨਾਲ ਸੰਬੰਧਿਤ ਸਮਾਜ ਚਿੰਤਕ ਅਤੇ ਬੁੱਧੀਜੀਵੀ ਵਿਅਕਤੀਆਂ ਨੂੰ ਅਪੀਲ ਕਰਾਂਗੇ ਕਿ ਕੱਲ੍ਹ 14/7/2022 ਤੋਂ ਐਸਸੀ ਵਰਗ ਨਾਲ ਸੰਬੰਧਿਤ ਸਾਡੇ ਜਥੇਬੰਦੀਆਂ ਦੇ ਕੁਝ ਚੁਣੇ ਹੋਏ ਸੂਝਵਾਨ ਤੇ ਨਿਡਰ ਲੋਕਾਂ ਨੇ ਗੁਰਦੁਆਰਾ ਸਾਹਿਬ ਅੰਬ ਸਾਹਿਬ ਮੁਹਾਲੀ ਚੰਡੀਗੜ੍ਹ ਵਿਖੇ ਇੱਕ ਧਰਨਾ ਦੇਣ ਦਾ, ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਪ੍ਰੋਗਰਾਮ ਹੈ, ਜਿਹਦੀ ਅਗਵਾਈ ਸਰਦਾਰ ਪ੍ਰਗਟ ਸਿੰਘ ਰਾਜੇਵਾਲਾ ਸਾਹਿਬ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਸਾਡੇ ਸਤਿਕਾਰਯੋਗ ਵੀਰ ਹੋਰ ਵੀ ਜਥੇਬੰਦੀਆਂ ਵੱਲੋਂ ਜੰਮੂ ਕਸ਼ਮੀਰ, ਹਿਮਾਚਲ ਤੇ ਪੰਜਾਬ ਵੱਲੋਂ ਤਾਂ ਆਉਣੇ ਆ। ਉਹ ਇਸ ਧਰਨੇ ਨੂੰ ਸਫਲ ਬਣਾਉਣ ਵਾਸਤੇ ਸੰਬੋਧਨ ਕਰਦੇ, ਜਿਹਦੇ ਵਿੱਚ ਅਸੀਂ ਵੀ ਹਿੱਸਾ ਹੈਗੇ, ਅਸੀਂ ਵੀ ਜਾਵਾਂਗੇ। ਇਹ ਧਰਨਾ ਜਿਹੜਾ ਲਾ ਰਹੇ ਜੀ ਅਣਮਿੱਥੇ ਸਮੇਂ ਲਈ ਹੈ, ਪੰਜਾਬ ਸਰਕਾਰ ਨੂੰ ਜਗਾਉਣ ਦੀ ਖਾਤਰ। ਮਾਨ ਸਾਹਿਬ ਨੂੰ ਅਪੀਲ ਕਰਾਂਗੇ, ਮਾਨ ਸਾਹਿਬ, ਅਗਰ ਵਾਕਿਆ ਹੀ ਤੁਸੀਂ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਜਿਹੜੀ ਫੋਟੋ ਹੈ ਤੁਸੀਂ ਦਫ਼ਤਰ ਦੇ ਵਿੱਚ ਸੱਚੇ ਦਿਲੋਂ ਲਾਈ ਹੈ, ਤਾਂ ਇਹਨਾਂ ਚੀਜ਼ਾਂ ਤੇ ਗੌਰ ਕਰਨੀ ਬਣਦੀ ਹੈ ਜਿਹੜੀਆਂ ਅੱਜ ਮੈਂ ਬੋਲੂਗਾ। ਤੇ ਸਾਰੇ ਪੰਜਾਬ ਵਾਸੀਆਂ ਨੂੰ, ਜੰਮੂ ਕਸ਼ਮੀਰ ਤੋਂ ਵੀ ਲੋਕ ਆ ਰਹੇ ਨੇ, ਉਹਨਾਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਹੈ ਕਿ ਇਸ ਧਰਨੇ ਨੂੰ ਆਪਾਂ ਸਫਲ ਬਣਾਉਣ ਲਈ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਓ। ਆਪਣੇ ਨਾਲ ਵੀ ਜਿਹੜੇ ਸਾਥੀ ਹੈ, ਕੋਈ ਸੰਗੀ ਸਾਥੀ ਹੈ, ਉਹਨਾਂ ਨੂੰ ਅਵੇਅਰ ਕਰੋ ਵੀ ਆਪਾਂ ਆਪਣੀ ਐਸਸੀ ਵਰਗ ਨੂੰ ਜਾਗਰੂਕ ਕਰਨ ਲਈ ਧਰਨਾ ਲਾ ਰਹੇ ਹਾਂ, ਜਿਹੜਾ ਕਿ ਅਣਮਿੱਥੇ ਸਮੇਂ ਲਈ ਚੱਲੂਗਾ। ਸਾਰਿਆਂ ਮੇਰੇ ਸਤਿਕਾਰਯੋਗ ਵੀਰਾਂ ਨੂੰ ਅਪੀਲ ਹੈ ਕਿ ਆਪਾਂ ਉੱਥੇ ਜਾ ਕੇ ਧਰਨੇ ਨੂੰ ਸਫਲ ਕਰਨਾ। ਕੱਲ੍ਹ ਤੋਂ ਲੱਗ ਰਿਹਾ ਜੀ, ਲਗਾਤਾਰ ਅਣਮਿੱਥੇ ਸਮੇਂ। ਹੁਣ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਅਸੀਂ ਰੱਖਣੀਆਂ, ਇਸ ਧਰਨੇ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਹੈ, ਜਿਹੜੀਆਂ ਕਿ ਸਰਦਾਰ ਪ੍ਰਗਟ ਸਿੰਘ ਰਾਜੇਵਾਲਾ ਸਾਹਿਬ ਵੱਲੋਂ ਰੱਖੀਆਂ ਜਾ ਰਹੀਆਂ, ਉਹ ਮੰਗਾਂ ਮੈਂ ਤੁਹਾਨੂੰ ਇਸ ਲਾਈਵ ਦੌਰਾਨ ਹੀ ਦੱਸ ਦੂੰਗਾ, ਕਿਉਂਕਿ ਧਰਨਾ ਤਾਂ ਆਪਣਾ ਕੱਲ ਸ਼ੁਰੂ ਹੋਣਾ ਹੈ। ਉੱਥੇ ਤਾਂ ਜੋ ਸੁਣਨਾ, ਪਰ ਮੈਂ ਤੁਹਾਨੂੰ ਅਪੀਲ ਕਰਾਂਗਾ ਅੱਜ ਕਿ ਵੱਧ ਤੋਂ ਵੱਧ ਚੜ ਕੇ ਹਿੱਸਾ ਲਓ ਧਰਨੇ ਦੇ, ਤਾਂ ਕਿ ਆਪਾਂ ਸਰਕਾਰ ਦੀਆਂ ਛੜਾਂ ਥੋੜ੍ਹੀਆਂ ਹਲਾਈਏ, ਇਹਨਾਂ ਨੂੰ ਪਤਾ ਲੱਗੇ ਕਿ ਜਿਮਨੀ ਚੋਣ ਦੇ ਵਿੱਚ ਤੁਹਾਡਾ ਕੀ ਹਾਲ ਹੋਇਆ, ਤੇ ਅੱਗੇ ਵੀ ਜੇਕਰ ਇਸ ਤਰ੍ਹਾਂ ਹੀ ਸਾਡੇ ਨਾਲ ਵਿਤਕਰਾ ਕਰੋਗੇ ਤਾਂ ਫਿਰ ਗਾਹ ਕੀ ਬਣਨਾ। ਅਜੇ 24 ਦਾ ਇਲੈਕਸ਼ਨ ਹੈ, 2027 ਵਾਲਾ ਇਲੈਕਸ਼ਨ ਵੀ ਆ ਰਿਹਾ, ਤੇ ਉਹਦੇ ਵਿੱਚ ਮੈਂ ਅਪੀਲ ਤਾਂ ਹੁਣ ਕਰਤੀ ਹੈ ਵੀ ਵੱਧ ਚੜ ਕੇ ਉੱਥੇ ਹਿੱਸਾ ਲਓ ਜੀ, ਜਾ ਕੇ ਪਹੁੰਚੋ। ਤੇ ਇਹਦੇ ਵਿੱਚ ਜਿਹੜੀਆਂ ਅਸੀਂ ਚੀਜ਼ਾਂ ਰੱਖੀਆਂ, ਮੰਗ ਕਰਦੇ ਹਾਂ, ਉਹ ਰੱਖੀਆਂ ਸੀ 25% ਕੋਟੇ ਨੂੰ ਵਧਾ ਕੇ, ਰਿਜ਼ਰਵ ਕੋਟੇ ਨੂੰ ਵਧਾ ਕੇ 40% ਕੀਤਾ ਜਾਵੇ। ਇਹਦਾ ਕਾਰਨ ਵੱਡਾ ਇਹ ਹੈ ਜੀ ਕਿ 25% ਦੇ ਵਿੱਚ ਸਾਡੀਆਂ ਹੋਰ ਵੀ ਸਤਿਕਾਰਯੋਗ ਕਾਸਟਾਂ ਹੈ ਜਿਹੜੀਆਂ 25% ਦੇ ਵਿੱਚ ਹੀ ਵੰਡੀਆਂ ਜਾਂਦੀਆਂ, ਜਿਹੜੀਆਂ ਕਿ ਰਿਜ਼ਰਵੇਸ਼ਨ ਜਿਹੜੀ ਸਾਡੀ 25% ਆ ਉਹਦੇ ਵਿੱਚ ਹੀ ਆ ਜਾਂਦੀਆਂ। ਇਸ ਕਰਕੇ ਜਿਹੜਾ ਕੋਟਾ ਹੈ, ਰਿਜ਼ਰਵ ਕੋਟਾ, ਉਹਨੂੰ 40% ਕੀਤਾ ਜਾਵੇ ਤਾਂ ਕਿ ਸਾਰੀਆਂ ਕਾਸਟਾਂ ਦੇ ਵਿੱਚ ਬਰਾਬਰ ਵੰਡਿਆ ਜਾ ਸਕੇ।
ਇਹ ਵਿਤਕਰਾ ਹੈ ਜੀ ਐਸਸੀ ਰਿਜ਼ਰਵ ਭਾਈਚਾਰੇ ਨਾਲ, ਐਸਸੀ ਭਾਈਚਾਰੇ ਨਾਲ ਇਹ ਵਿਤਕਰਾ ਸਰਕਾਰ ਵੱਲੋਂ ਕੀਤਾ ਗਿਆ। ਇਸ ਕਰਕੇ ਮੈਂ ਦੁਬਾਰਾ ਫੇਰ ਬੇਨਤੀ ਕਰ ਦਿੰਦਾ ਕਿ ਇਹਨੂੰ 40% ਕਰਨ ਦੀ ਖਾਤਰ ਇੱਕ ਵੱਡੀ ਮੰਗ ਇਹ ਹੈ ਸਾਡੀ ਉੱਥੇ। ਦੂਸਰਾ, ਜਿਹੜੀ ਕਣਕ ਦੀ ਯੋਜਨਾ, ਜਿਹੜੀ ਕਿ ਕਣਕ ਵੰਡੀ ਜਾਂਦੀ ਹੈ ਪਿੰਡਾਂ ਦੇ ਵਿੱਚ, ਜਿਹੜੀ ਕਿ ਕਣਕ ਵੰਡੀ ਜਾਂਦੀ ਹੈ, ਉਹਨੂੰ ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਘਰ ਘਰ ਡਿਲੀਵਰੀ ਕਰਾਂਗੇ। ਇਹ ਬਿਲਕੁਲ ਗਲਤ ਹੈ। ਇਹ ਅਸੀਂ ਸਾਬਤ ਕਰੂੰਗਾ ਅੱਜ ਮੈਂ ਵੀ ਬਿਲਕੁਲ ਗਲਤ ਕਰ ਰਹੇ। ਫੂਡ ਸਪਲਾਈ ਐਕਟ ਤਹਿਤ ਇਹ ਕਣਕ ਮਿਲਦੀ ਹੈ ਸੈਂਟਰ ਦੇ ਫੂਡ ਸਪਲਾਈ ਐਕਟ, ਇਹ ਐਕਟ ਬਣਿਆ ਹੋਇਆ ਹੈ। ਜੇਕਰ ਫੂਡ ਸਪਲਾਈ ਐਕਟ ਤੁਹਾਨੂੰ ਕਣਕ ਮਿਲਦੀ ਨੇ, ਐਕਟ ਬਣਿਆ ਹੋਇਆ ਹੈ। ਇਹ ਸਾਨੂੰ ਐਕਟ ਦੇ ਹਿਸਾਬ ਦੇ ਨਾਲ ਇਹ ਕਣਕ ਦੇ ਰਹੇ ਹੋ ਤੁਸੀਂ, ਇਹਨੂੰ ਐਕਟ ਨੂੰ ਤੋੜੋ ਨਾ। ਹਾਂ, ਜੇਕਰ ਤੁਸੀਂ ਐਸਸੀ ਵਰਗ ਦੇ ਬਾਬਾ ਸਾਹਿਬ ਦੀ ਫੋਟੋ ਦੇ ਇੰਨੇ ਚਿੰਤਤ ਹੋ ਤਾਂ ਫਿਰ ਵੱਧ ਸਮਾਨ ਤੁਸੀਂ ਦੇ ਸਕਦੇ ਹੋ। ਰਸੋਈ ਦੇ ਵਿੱਚ ਕੋਈ ਘਿਓ ਦੇ ਸਕਦੇ ਹੋ, ਖੰਡ ਦੇ ਸਕਦੇ ਹੋ, ਜਾਂ ਕੋਈ ਹੋਰ ਸਮਾਨ ਦੇ ਸਕਦੇ ਹੋ। ਪਰ ਮਾਨ ਸਾਹਿਬ ਜੀ 15 ਜਿਹੜਾ ਤੁਸੀਂ ਜਿਹੜੇ ਹਿਸਾਬ ਨਾਲ ਡਿਲੀਵਰੀ ਕਰਦੇ ਹੋ ਕਰੋਗੇ, ਉਸ ਹਿਸਾਬ ਨਾਲ ਤਾਂ ਸਾਡਾ ਐਸੀ ਭਾਈਚਾਰੇ ਦੇ ਵਿੱਚ ਘਰ ਦੇ ਵਿੱਚ 15 ਦਿਨ ਦੀ ਕਣਕ ਚੱਲਣੀ ਹੈ। 15 ਦਿਨ ਨਹੀਂ ਆਟਾ ਚੱਲਣਾ ਸਾਡੇ, ਤੇ ਨਾ ਹੀ ਅਸੀਂ ਚਲਾ ਸਕਦੇ। ਇਹਦੇ ਵਿੱਚ ਸਾਡਾ ਨੁਕਸਾਨ ਹੈ, ਸਾਡੇ ਬੱਚੇ ਵੀ ਬਿਮਾਰ ਹੋਣ। ਇਸ ਕਰਕੇ ਇਸ ਸਕੀਮ ਨੂੰ ਤੋੜਿਆ ਨਾ ਜਾਵੇ। ਇਹ ਸਕੀਮ ਜਿਹੜੀ ਇਹ ਉਸੇ ਤਰ੍ਹਾਂ ਲਾਗੂ ਰਹਿਣ ਦਿੱਤੀ ਜਾਵੇ, ਇਹ ਵੀ ਸਾਡੀ ਇੱਥੇ ਮੰਗ ਹੈ। ਹੋਰ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਫਿਰ ਹੋਰ ਵੀ ਸਮਾਨ ਬਥੇਰਾ ਰਸੋਈ 'ਚ ਦੇ ਦਿਓ ਸਮਾਨ ਐਸੀ ਵਰਗ ਦੇ ਭਰਾਵਾਂ ਨੂੰ। ਅੱਗੇ ਆ ਗਏ ਜੀ ਮੁਹੱਲਾ ਕਲੀਨਿਕ। ਮੁਹੱਲਾ ਕਲੀਨਿਕ, ਵੈਸੇ ਤਾਂ ਮੁਹੱਲਾ ਕਲੀਨਿਕਾਂ ਦੀ ਲੋੜ ਨਹੀਂ। ਆ ਸਰਕਾਰੀ ਹਸਪਤਾਲ ਆ ਨਾ, ਇਹਨਾਂ ਨੂੰ ਅਪਗ੍ਰੇਡ ਕਰ ਦਿਓ। ਹਸਪਤਾਲ ਦੇ ਵਿੱਚ ਤਾਂ ਡਾਕਟਰ ਨਹੀਂ ਮਿਲਦਾ, ਮਰੀਜ਼ ਨੂੰ ਤਾਂ ਚੰਡੀਗੜ੍ਹ ਪੀਜੀਆਈ, ਲੁਧਿਆਣਾ, ਫਰੀਦਕੋਟ ਰੈਫਰ ਕਰਨਾ ਪੈਂਦਾ ਇਹਨਾਂ ਚੋਂ। ਇੱਕ ਤੁਹਾਡੇ ਐਮਐਲਏ ਸਾਹਿਬ ਵੀ ਬੋਲੇ ਸੀ ਜੈਤੋ ਦੇ, ਕਹਿੰਦੇ ਸਾਡੇ ਕੋਈ ਡਾਕਟਰ ਹੀ ਹੈ ਨਹੀਂ ਉੱਥੇ। ਫਿਰ ਇਹੋ ਜਿਹੇ ਲੱਗਦੀ ਨੇ ਕੀ ਕਰੋ ਨਾ, ਜਦੋਂ ਉਹਨਾਂ ਨੂੰ ਅਪਗ੍ਰੇਡ ਕਰ ਦਿਓ, ਹਸਪਤਾਲਾਂ ਨੂੰ ਅਪਗ੍ਰੇਡ ਕਰੋ। ਡਾਕਟਰ ਤਾਂ ਭੱਜ ਰਹੇ ਹੈ, ਜਦੋਂ ਦੀ ਤੁਹਾਡੀ ਸਰਕਾਰ ਆਈ ਹੈ ਡਾਕਟਰ ਅਸਤੀਫੇ ਦੇ ਭੱਜ ਰਹੇ ਹੈ। ਕੀ ਕਰੋਗੇ ਮੁਹੱਲਾ ਕਲੀਨਿਕ ਖੋਲ ਕੇ ਤੁਸੀਂ? ਡਾਕਟਰ ਤਾਂ ਤੁਹਾਡੇ ਕੋਲ ਪੂਰੇ ਨਹੀਂ ਆ ਰਹੇ, ਡਾਕਟਰ ਤਾਂ ਭੱਜ ਰਹੇ, ਹੋਰ ਵੀ ਭੱਜਣਗੇ। ਇਸ ਕਰਕੇ ਜਿਹੜਾ ਮੁਹੱਲਾ ਕਲੀਨਿਕ ਤੁਸੀਂ ਖੋਲ ਰਹੇ ਹੋ, ਠੀਕ ਹੈ, ਕੋਈ ਤੁਹਾਡੀ ਪਾਲਿਸੀ ਹੋਣੀ ਹੈ ਦਿੱਲੀ ਵਾਲਿਆਂ ਦੀ, ਤਾਂ ਇਹਦੇ ਵਿੱਚ ਸਾਡਾ 40% ਇਹਦੇ ਚ ਰਿਜ਼ਰਵ ਕੋਟਾ ਰੱਖ ਦਿਓ ਵੀ ਸਾਨੂੰ ਇਹਦੇ ਚ ਪਹਿਲ ਦਿੱਤੀ ਜਾਵੇ, ਦਵਾਈਆਂ 'ਚ ਪਹਿਲ ਦਿੱਤੀ ਜਾਵੇ ਸਾਨੂੰ। ਕੋਈ ਹੋਰ ਜਿਹੜਾ ਕੋਈ ਟੈਸਟ ਹੋਣੇ ਆ ਜਾਂ ਕੋਈ ਐਕਸਰਾ ਹੁੰਦਾ ਹੈ ਜਾਂ ਕੋਈ ਹੋਰ ਟੈਸਟ ਹੁੰਦੇ ਆ, ਉਹਦੇ 'ਚ ਵੀ ਸਾਨੂੰ ਪਹਿਲ ਦਿੱਤੀ ਜਾਵੇ। ਰਿਜ਼ਰਵ, ਇਹਦੇ 'ਚ ਰਿਜ਼ਰਵ ਕੋਟਾ ਰੱਖਿਆ ਜਾਵੇ ਤਾਂ ਕਿ ਐਸਸੀ ਤੇ ਬੀਸੀ ਪਰਿਵਾਰਾਂ ਨੂੰ ਕੋਈ ਦਿੱਕਤ ਨਾ ਆਵੇ ਮੁਹੱਲਾ ਕਲੀਨਿਕਾਂ ਦੇ। ਨੰਬਰ 4 ਤੇ ਮਾਨ ਸਾਹਿਬ ਇੱਕ ਜੁਡੀਸ਼ੀਅਲ ਕਮਿਸ਼ਨ ਬਣਾਓ ਪੰਜਾਬ ਦੇ ਵਿੱਚ। ਜੁਡੀਸ਼ੀਅਲ ਕਮਿਸ਼ਨ, ਭਾਰਤੀ ਜੁਡੀਸ਼ੀਅਲ ਕਮਿਸ਼ਨ, ਕਿਉਂਕਿ ਜੱਜਾਂ ਦੀ ਸਿਫਾਰਿਸ਼ ਦੇ ਉੱਤੇ ਹੀ ਜੱਜ ਰੱਖੇ ਜਾਂਦੇ। ਜ਼ਿਆਦਾਤਰ ਜੱਜਾਂ ਦੇ ਜ਼ਿਆਦਾ ਬੱਚੇ ਜੱਜ ਹੁੰਦੇ ਆ ਜਾਂ ਉਹਨਾਂ ਦੇ ਮਾਮੇ, ਚਾਚੇ, ਫੁੱਫੇ, ਭੂਆ ਦੇ ਮੁੰਡੇ, ਇਹ ਭਰਤੀ ਹੁੰਦੇ। ਇਹ ਭਰਤੀ ਕਿਉਂ ਹੁੰਦੇ ਆ? ਕੀ ਸਾਡੇ ਰਿਜ਼ਰਵ ਕੋਟੇ ਦੇ ਵਿੱਚੋਂ ਕੋਈ ਜੱਜ ਨਹੀਂ ਭਰਤੀ ਹੋ ਸਕਦਾ? ਸਿਫਾਰਸ਼ੀ ਰੱਖੇ ਜਾਂਦੇ ਆ। ਜੁਡੀਸ਼ੀਅਲ, ਭਾਰਤੀ ਜੁਡੀਸ਼ੀਅਲ ਕਮਿਸ਼ਨ ਬਣਾਇਆ ਜਾਵੇ ਜਿਹਦੇ 'ਚ ਬੈਠ ਦੇ ਆਧਾਰ ਤੇ ਹੋਣ, ਕਿਉਂਕਿ ਸਾਨੂੰ ਪਤਾ ਪੇਪਰ ਵੀ ਲੀਕ ਹੁੰਦੇ, ਸਿਫਾਰਸ਼ਾਂ ਵੀ ਚੱਲਦੀਆਂ, ਜਿਹਦੇ ਵਿੱਚ ਐਸਸੀ ਤੇ ਬੀਸੀ ਕੈਟਾਗਰੀ ਨੂੰ ਨੁਮਾਇੰਦਗੀ ਮਿਲ ਸਕਦੀ ਹੈ। ਜੇਕਰ ਤੁਸੀਂ ਭਾਰਤੀ ਜਿਹਾ ਜੁਡੀਸ਼ੀਅਲ ਕਮਿਸ਼ਨ ਬਣਾ ਲਓ ਤਾਂ ਭਾਰਤੀ ਜੁਡੀਸ਼ੀਅਲ ਕਮਿਸ਼ਨ ਰਾਹੀਂ ਜੱਜਾਂ ਦੀ ਭਰਤੀ ਹੋਵੇ। ਤੁਹਾਨੂੰ ਪਤਾ ਹੀ ਆਮ ਤੇ ਖਾਸ ਦੇਖੋ ਤੁਸੀਂ, ਮੈਂ ਸਤਿਕਾਰਯੋਗ ਵੀਰੇ ਜਿਹੜੇ ਮੈਨੂੰ ਦੇਖ ਰਹੇ ਆ ਸਾਰੇ ਭਰਾ ਮੇਰੇ, ਆਮ ਹੀ ਤੁਸੀਂ ਦੇਖਿਆ ਨਾ, ਜਾਂ ਤਾਂ ਜੱਜਾਂ ਦੇ ਮੁੰਡੇ ਜੱਜ ਹੁੰਦੇ ਆ ਜਾਂ ਜਿਹੜੇ ਉੱਥੇ
ਕੋਈ ਸੀਨੀਅਰ ਅਫਸਰ ਲੱਗੇ ਉਹਨਾਂ ਦੇ ਮੁੰਡੇ ਜੱਜ ਹੋ ਜਾਂਦੇ ਆ, ਆਈਏਐਸ ਦਾ ਅਫਸਰ ਮੁੰਡਾ ਆਈਏਐਸ, ਆਈਪੀਐਸ ਦਾ ਮੁੰਡਾ ਆਈਪੀਐਸ। ਫਿਰ ਸਾਨੂੰ ਕਿਉਂ ਨਹੀਂ ਨੁਮਾਇੰਦਗੀ ਮਿਲਦੀ? ਇਸੇ ਕਰਕੇ ਨਹੀਂ ਮਿਲਦੀ ਕਿ ਇੱਕ ਜੁਡੀਸ਼ੀਅਲ ਕਮਿਸ਼ਨ ਬਣਾਵੇ ਜੀ, ਇਹ ਭਾਰਤੀ ਜੁਡੀਸ਼ੀਅਲ ਕਮਿਸ਼ਨ, ਕਿ ਉਹਦੇ ਵਿੱਚ ਮੈਰਿਟ ਦੇ ਆਧਾਰ ਤੇ ਬੱਚੇ ਰੱਖੇ ਜਾਣ। ਇਹ ਵੀ ਬਹੁਤ ਜ਼ਰੂਰੀ, ਇਹ ਵੀ ਸਾਡੀ ਮੰਗ ਵਿੱਚ ਹੈਗੀ। ਉਹਦੇ ਨੰਬਰ 5 ਤੇ ਹੈਗਾ ਜੀ ਮਨਰੇਗਾ ਸਕੀਮ। ਪਿੱਛੇ ਜੇ ਤੁਹਾਨੂੰ ਪਤਾ ਹੈ ਮਨਰੇਗਾ ਦਾ ਬੜਾ ਰੌਲਾ ਵੀ ਪਾਇਆ ਸੀ ਵੀ ਮਨਰੇਗਾ ਦੇ ਵਿੱਚ ਘਪਲੇ ਬਹੁਤ ਹੈ ਜੀ, ਇਨਕੁਆਇਰੀ ਵੀ ਲੱਗੀ ਹੋਈ ਹੈ। ਪਰ ਮਾਨ ਸਾਹਿਬ ਅਜੇ ਤੱਕ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਮਨਰੇਗਾ ਦੇ ਅਫਸਰਾਂ ਤੇ, ਨਾ ਹੀ ਕੋਈ ਸਰਪੰਚ ਟੱਕਿਆ ਅਜੇ ਤੱਕ। ਅਸੀਂ ਇਹ ਵੀ ਜ਼ਾਹਰ ਕਰਤਾ ਸੀ ਕਿ ਜਨਰਲ ਲੋਕ, ਚੰਗੇ ਘਰੇਲੂ, ਚੰਗੇ ਘਨਾੜ ਲੋਕ ਆ ਜਿਨ੍ਹਾਂ ਦੀਆਂ ਫੈਕਟਰੀਆਂ ਲੱਗੀਆਂ, ਜਿਨ੍ਹਾਂ ਦੇ 20-30 ਕਿੱਲੇ ਜ਼ਮੀਨ ਦੇ ਆ, ਉਹ ਮਨਰੇਗਾ ਦੀ ਸਕੀਮ ਦੇ ਵਿੱਚ ਪੈਸੇ ਲੈ ਰਹੇ ਆ, ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਰਹੇ ਆ। ਉਹਨਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ। ਮਾਨ ਸਾਹਿਬ ਚੁੱਪ ਕਿਉਂ ਆ? ਕਰੋ ਕਾਰਵਾਈ। ਇੱਕ ਸੈਂਟਰਲ ਗਵਰਨਮੈਂਟ ਦਾ ਨੋਟੀਫਿਕੇਸ਼ਨ ਹੈ ਜੀ, ਸੈਂਟਰਲ ਗਵਰਨਮੈਂਟ ਵੱਲੋਂ ਇੱਕ ਲੇਬਰ ਸੰਬੰਧੀ ਇੱਕ ਨੋਟੀਫਿਕੇਸ਼ਨ ਹੋਇਆ ਹੋਇਆ ਹੈ, ਜਿਹਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਘੱਟ ਤੋਂ ਘੱਟ 800 ਰੁਪਇਆ ਦਿਹਾੜੀ ਮਿੱਥੀ ਗਈ ਹੈ ਕਿ 800 ਰੁਪਇਆ ਦਿਹਾੜੀ ਲੈਣਗੇ ਉਹ, ਯਾਨੀ ਕਿ 24,000 ਰੁਪਇਆ ਮਹੀਨਾ। ਤੇ ਮਨਰੇਗਾ ਦੇ ਤਹਿਤ 200 ਦਿਨ ਤੁਹਾਨੂੰ ਹੋਰ ਦੇਣੇ ਚਾਹੀਦੇ ਆ, ਸਾਨੂੰ 200 ਦਿਨ ਹੋਰ ਪਾ ਕੇ, ਤਾਂ ਕਿ ਜਿਹੜੇ 200 ਦਿਨ ਹੋਰ ਪਾਉਣੇ, ਤਾਂ ਕਿ ਸਾਡੇ ਯੂਰਪ ਦੇ ਲੋਕ ਚੰਗੀ ਰੋਟੀ ਖਾ ਸਕਣ, ਚੰਗਾ ਪਹਿਨ ਸਕਣ, ਚੰਗਾ ਗੁਜ਼ਾਰਾ ਕਰ ਸਕਣ। ਇਸ ਕਰਕੇ 24,000 ਰੁਪਇਆ ਬਣਦਾ ਹੈ, 8/24 ਤੇ 200 ਦਿਨ ਸਾਨੂੰ ਹੋਰ ਦਿਓ ਜੀ। ਪੰਜਾਬ ਦਾ ਸਰਕਾਰ ਹੈ, ਪੰਜਾਬ ਸਰਕਾਰ ਆਪਣੇ ਤੌਰ ਤੇ ਕਰ ਸਕਦੀ ਹੈ ਜੀ। ਵਿਧਾਨ ਸਭਾ ਦੇ ਵਿੱਚ ਬਿੱਲ ਵੀ ਤੁਸੀਂ ਲਿਆ ਸਕਦੇ ਹੋ ਇਹ ਜਿਹੜਾ 200 ਦਿਨ ਦਾ। ਡੀਸੀ ਰੇਟ ਹਰ 6 ਮਹੀਨਿਆਂ ਬਾਅਦ ਰਿਵਾਈਜ਼ ਕੀਤੇ ਜਾਂਦੇ ਹੈ, ਹਰ 6 ਮਹੀਨਿਆਂ ਬਾਅਦ ਡੀਸੀ ਰੇਟ ਰਿਵਾਈਜ਼ ਹੁੰਦੇ ਹੈ। ਪਰ 2-3 ਸਾਲ ਤੋਂ ਬਾਅਦ ਸਾਹਿਬ ਡੀਸੀ ਰੇਟ ਰਿਵਾਈਜ਼ ਨਹੀਂ ਹੋਏ, ਵਧਾਏ ਨਹੀਂ ਗਏ। ਤੇ ਮਹਿੰਗਾਈ ਦੇਖ ਲਓ, ਫਿਰ ਹੁਣ ਸਾਡਾ ਐਸੀ ਵਰਗ ਜਾਵੇ ਤਾਂ ਕਿੱਥੇ ਜਾਵੇ, ਮਜ਼ਦੂਰ ਜਾਵੇ ਤਾਂ ਕਿੱਥੇ ਜਾਵੇ। 2-3 ਸਾਲ ਤੋਂ ਰੇਟ ਹੀ ਨਹੀਂ ਵਧੇ, ਡੀਸੀ ਰੇਟ। ਇਹ ਵੀ ਸਾਡੀ ਮੰਗ ਹੈ। ਨੰਬਰ 6 ਜੀ, ਐਸਸੀ ਕਮਿਸ਼ਨ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕਰਾਓ, ਜਿਹੜਾ ਕਿ ਅਸੀਂ ਜਿਹਦੇ ਤੇ ਫਰਿਆਦ ਕਰ ਸਕੀਏ, ਜਿਹਦੇ ਤੇ ਅਸੀਂ ਸ਼ਿਕਾਇਤ ਕਰ ਸਕੀਏ, ਤਾਂ ਕਿ ਜਿਹੜੇ ਸਾਡੇ ਪੀੜਤ ਲੋਕ ਹੈ ਜਾਂ ਕੋਈ ਕਿਸੇ ਦਾ ਧੱਕੇ ਹੁੰਦੇ ਆ ਪਿੰਡਾਂ ਦੇ ਵਿੱਚ, ਕਈ ਵਾਰ ਤਾਂ ਪਿੰਡਾਂ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਗਿਆ, ਉਹ ਲੋਕ ਦਬਾ ਜਾਂਦੇ ਆ। ਹੁਣ ਮਸਾਲਾ ਦੇਣ ਨੂੰ ਕਿੰਨੀਆਂ ਕੁ ਮਸਾਲਾ ਦੇ ਗਏ ਅਸੀਂ ਤੁਹਾਨੂੰ, ਵੀ ਪਿੰਡ ਦੇ ਵਿੱਚ ਹੀ ਦਬਾਇਆ ਜਾਂਦਾ ਮਸਲਾ, ਕਿਉਂਕਿ ਗਰੀਬ ਤਬਕਾ ਲੋਕ ਉਹਨੂੰ ਦਬਾ ਲੈਂਦੇ ਆ ਕੇ ਵੀ ਰਹਿਣ ਦਿਓ। ਇਸ ਕਰਕੇ ਹੈਲਪਲਾਈਨ, ਐਸਸੀ ਕਮਿਸ਼ਨ ਵੱਲੋਂ ਇੱਕ ਹੈਲਪਲਾਈਨ ਜਾਰੀ ਹੋਣਾ ਚਾਹੀਦਾ ਹੈ, ਜਿਹਦੇ ਤੇ ਬੇਝਿਜਕ ਅਸੀਂ ਸ਼ਿਕਾਇਤ ਕਰ ਸਕੀਏ ਕਿਸੇ ਆਫੀਸਰ ਦੀ, ਕਿਸੇ ਲੀਡਰ ਸਾਹਿਬਾਨ ਦੀ, ਕਿਸੇ ਧਨਾੜ ਵਿਅਕਤੀ ਦੀ, ਵੀ ਸਾਡੇ ਨਾਲ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਕਿਤੇ ਵੀ ਸ਼ਹਿਰਾਂ ਚ ਧੱਕਾ ਹੋ ਰਿਹਾ। ਇਹ ਬਹੁਤ ਜ਼ਰੂਰੀ ਹੈ ਮਾਨ ਸਾਹਿਬ। ਜਿਸ ਤਰ੍ਹਾਂ ਸੈਂਟਰਲ ਗਵਰਨਮੈਂਟ ਨੇ ਇੱਕ ਹੈਲਪਲਾਈਨ ਜਾਰੀ ਕੀਤਾ, ਨੰਬਰ 613-625 14-625 ਹੈ ਮੇਰੇ ਯਾਦ ਨਹੀਂ, ਉਹ ਹੈਲਪਲਾਈਨ ਜਾਰੀ ਕੀਤਾ ਗਿਆ। ਪਰ ਤੁਸੀਂ ਵੀ ਪੰਜਾਬ ਸਰਕਾਰ ਵੱਲੋਂ ਇੱਕ ਐਸਸੀ ਕਮਿਸ਼ਨ ਵੱਲੋਂ ਹੈਲਪਲਾਈਨ ਨੰਬਰ ਜਾਰੀ ਕਰੋ, ਜਿਹਦੇ ਤੇ ਅਸੀਂ ਠੋਕ ਕੇ ਸ਼ਿਕਾਇਤ ਕਰ ਸਕੀਏ, ਜਿਸ ਤਰ੍ਹਾਂ ਤੁਸੀਂ ਆਪਦਾ ਨੰਬਰ ਜਾਰੀ ਕੀਤਾ ਵੀ ਕੋਈ ਰਿਸ਼ਵਤ ਮੰਗਦਾ ਹੈ ਜਾਂ ਕੋਈ ਨਜਾਇਜ਼ ਪਰਚਾ ਦਰਜ ਕਰਦਾ, ਜਾਂ ਕੋਈ ਆਫੀਸਰ ਧੱਕਾ ਕਰਦਾ, ਜਾਂ ਕੋਈ ਲੀਡਰ ਸਾਹਿਬਾਨ ਵੀ ਮਾਨ ਸਾਹਿਬ ਕਹਿੰਦੇ ਮੇਰੇ ਇਸ ਨੰਬਰ ਤੇ ਟੋਲ ਫ੍ਰੀ ਤੇ ਤੁਸੀਂ ਕਰ ਸਕਦੇ ਹੋ। ਪਰ ਮਾਨ ਸਾਹਿਬ ਐਸਸੀ
ਕਮਿਸ਼ਨ ਵੱਲੋਂ ਵੀ ਇੱਕ ਹੈਲਪਲਾਈਨ ਨੰਬਰ ਜਾਰੀ ਕਰਾਓ ਜਿਹਦੇ ਵਿੱਚ ਸ਼ਿਕਾਇਤ ਕਰ ਸਕੇ ਆਫੀਸਰ ਸਾਹਿਬਾਨਾਂ ਦੀ ਤੇ ਲੀਡਰ ਸਾਹਿਬਾਨਾਂ ਦੀ। ਨੰਬਰ ਅੱਗੇ 7 ਤੇ ਜੀ ਮਾਨ ਸਾਹਿਬ ਨਜਾਇਜ਼ ਰਾਜਨੀਤਿਕ ਪਰਚੇ ਜਿਹੜੇ ਪਰਚੇ ਕਰਾਏ ਹੋਏ ਆ ਪਿਛਲੀਆਂ ਸਰਕਾਰਾਂ ਨੇ, ਨਜਾਇਜ਼ ਤੇ ਰਾਜਨੀਤਿਕ ਪਰਚੇ ਆ ਜਿਹੜੇ, ਉਹਨਾਂ ਨੂੰ ਲੋਕ ਅਦਾਲਤਾਂ ਦੇ ਵਿੱਚ ਲਿਆਂਦਾ ਜਾਵੇ। ਲੋਕ ਅਦਾਲਤਾਂ ਲਾਈਆਂ ਜਾਣ ਜਿੱਥੇ ਅਸੀਂ ਬੇਝਿਜਕ ਹੋ ਕੇ ਜਾ ਸਕੀਏ, ਕਿਉਂਕਿ ਪਰਚਿਆਂ ਦੇ ਵਿੱਚ ਜਦੋਂ ਜੁਡੀਸ਼ੀਅਲਾਂ ਦੇ ਕੇਸ ਲੱਗਦੇ ਉੱਥੇ ਦਬਾਇਆ ਜਾਂਦਾ, ਸਾਨੂੰ ਬਿਆਨਾਂ ਤੋਂ ਦਬਾਇਆ ਜਾਂਦਾ ਉੱਥੇ। ਇਸ ਕਰਕੇ ਖੁੱਲ੍ਹੇਆਮ ਲੋਕ ਅਦਾਲਤਾਂ ਲੱਗਣੀਆਂ ਚਾਹੀਦੀਆਂ ਜਿੱਥੇ ਕਿ ਖੁੱਲ੍ਹੇਆਮ ਬਿਆਨ ਦੇ ਸਕੀਏ ਤੇ ਉਹ ਪਰਚਾ ਦਰਜ ਕਰਾ ਸਕੀਏ ਤੇ ਸ਼ਰੇਆਮ ਅਸੀਂ ਜਿਹੜੇ ਆਪਦੇ ਪ੍ਰੂਫ ਰੱਖ ਸਕੀਏ ਵੀ ਅਸੀਂ ਨਜਾਇਜ਼ ਕੀਤੀ ਸਾਡੇ ਨਾਲ। ਇਹ ਬਹੁਤ ਜ਼ਰੂਰੀ ਹੈ ਮਾਨ ਸਾਹਿਬ। ਅੱਗੇ ਡਿਪੂ ਹੋਲਡਰ, ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਡਿਪੂ ਹੋਲਡਰ ਹੈ ਉਹਦੀ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਲਾਇਸੈਂਸ ਦੀ ਜਿਹੜੀ ਮਿਆਦ ਆ ਉਹਨੂੰ 2 ਸਾਲ ਕਰ, ਕਾਲਾ ਬਾਜ਼ਾਰੀ ਰੋਕਣੀ 2 ਸਾਲ ਕਰ ਦਿਓ ਕਿਉਂਕਿ ਜ਼ਿਆਦਾ ਆ ਗਿਆ। ਅੱਗੇ ਆ ਗਿਆ ਜੀ ਗਰੀਬ ਪਰਿਵਾਰਾਂ ਨੂੰ ਤੇ ਬੱਚਿਆਂ ਨੂੰ 5-5 ਲੱਖ ਰੁਪਇਆ ਦਾ ਫ੍ਰੀ ਇਲਾਜ ਕਰਾਓ। ਇੱਕ ਇਹ ਵੀ ਸਕੀਮ ਦੇ ਦਿਓ ਸਾਨੂੰ, ਇਹ ਵੀ ਸਾਡੇ ਇਹਦੇ ਵਿੱਚ ਹੈਗੀ ਹੈ ਜਿਹੜਾ ਧਰਨਾ ਲੱਗ ਰਿਹਾ। ਕਿਉਂਕਿ ਮੋਦੀ ਸਰਕਾਰ ਨੇ ਜਿਹੜੀ ਸੈਂਟਰ ਸਰਕਾਰ ਦੀ ਇੱਕ ਸਕੀਮ ਸੀ 5 ਲੱਖ ਰੁਪਏ ਤੱਕ ਇਲਾਜ ਅਸੀਂ ਫ੍ਰੀ ਕਰਾ ਸਕਦੇ ਸੀ, ਇਹ ਕਾਰਡ ਬਣਿਆ ਸੀ, ਆਧਾਰ ਕਾਰਡ ਦੇ ਨਾਲ ਅਟੈਚ ਸੀ, ਪਰ ਮਾਨ ਸਾਹਿਬ ਉਹ ਤੁਸੀਂ ਬੰਦ ਕਰਤੀ। ਤੁਸੀਂ ਇਹ ਆਰਡਰ ਕਰਤਾ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਕਰਾਇਆ ਜਾਵੇ ਤੇ ਮਾਨ ਸਾਹਿਬ ਸਾਨੂੰ ਇਹ ਗੱਲ ਦਾ ਜਵਾਬ ਦੇ ਦਿਓ ਸਰਕਾਰੀ ਹਸਪਤਾਲ ਦੇ ਡਾਕਟਰ ਹੀ ਨਹੀਂ ਪੂਰੇ, ਕਿੱਥੋਂ ਕਰਾਵਾਂਗੇ ਇਲਾਜ। ਇਸ ਕਰਕੇ ਐਸਸੀ ਵਰਗ ਦਾ ਇੱਥੇ ਹੀ ਕਰਾਇਆ, ਕਿਉਂਕਿ ਜਿਹੜਾ ਧਨਾੜ ਬੰਦਾ ਕੋਈ ਜ਼ਿਆਦਾ ਪੈਸੇ ਵਾਲਾ, ਚੰਗੇ ਪੈਸੇ ਵਾਲਾ ਬੰਦਾ ਉਹ ਤਾਂ ਵੱਡੇ ਹਸਪਤਾਲਾਂ 'ਚ ਇਲਾਜ ਕਰਾ ਲਊਗਾ। ਜਿਹੜਾ ਇਲਾਜ ਇੱਥੇ ਐਸਸੀ ਵਰਗ ਨਾਲ ਜਾਂ ਬੀਸੀ ਵਰਗ ਨਾਲ ਜਿਹੜੀਆਂ ਹੋਰ ਛੋਟੀਆਂ ਸ਼੍ਰੇਣੀਆਂ ਉਹਦੇ ਸੰਬੰਧਿਤ ਜਿਹੜਾ ਬੰਦਾ ਨਾ ਉਹੀ ਇਲਾਜ ਕਰਾਊਗਾ ਇਹ ਕਾਰਡ ਤੇ ਤੁਸੀਂ ਇਹ ਕਾਰਡ ਨੂੰ ਖਤਮ ਕਰਤਾ। ਨਹੀਂ, ਸਰਕਾਰ ਆਪਣੇ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਵੀ ਸਰਕਾਰੀ ਹਸਪਤਾਲਾਂ 'ਚ ਕਰਾਓ, ਇਹ ਤੁਸੀਂ ਉਹ ਤਾਂ ਸਕੀਮ ਹੀ ਖਤਮ ਕਰਤੀ। ਬੜੀ ਵਧੀਆ ਸਕੀਮ ਸੀ ਉਹ। ਜੇ ਹੁਣ ਤੁਸੀਂ ਸਕੀਮ ਸਰਕਾਰੀ ਹਸਪਤਾਲ 'ਚ ਲਿਆਂਦੀ ਹੈ ਤੇ ਸਰਕਾਰ ਦੇ ਡਾਕਟਰ ਪੂਰੇ ਕਰੋ। ਡਾਕਟਰ ਤਾਂ ਉੱਥੇ ਹੈ ਹੀ ਨਹੀਂ, ਲਾਈਨਾਂ ਲੱਗਦੀਆਂ ਹਸਪਤਾਲਾਂ ਦੇ ਵਿੱਚ, ਡਾਕਟਰ ਤਾਂ ਤੁਹਾਡੀ ਸਰਕਾਰ ਤੋਂ ਡਰਦੇ ਭੱਜੇ ਜਾਂਦੇ ਆ। ਉਹਨਾਂ ਨੇ ਆਪੋ ਆਪਣੇ ਕਲੀਨਿਕ ਖੋਲ੍ਹੇ ਆ ਪਿੰਡਾਂ ਦੇ ਵਿੱਚ ਜਾ ਕੇ, ਸ਼ਹਿਰਾਂ ਦੇ ਵਿੱਚ ਜਿੱਥੇ ਮਰਜ਼ੀ ਜਾਣੋ, ਜਿੱਥੇ ਸਰਕਾਰੀ ਹਸਪੀਟਲ ਹੈ 2-2, 3-3 ਡਾਕਟਰ ਅਸਤੀਫਾ ਦੇ ਕੇ ਤੁਰ ਗਏ। ਤੁਹਾਡੀ ਨਲਾਇਕੀ ਕਰ ਤੇ ਫਿਰ ਇਲਾਜ ਕਾਹਦਾ ਹੋਊਗਾ ਜੀ ਉੱਥੇ ਜਦੋਂ ਡਾਕਟਰ ਸਰਜਨ ਹੀ ਹੈ ਨਹੀਂ, ਐਮਡੀ ਹੈ ਨਹੀਂ, ਫਿਰ ਇਲਾਜ ਕਾਹਦਾ ਕਰਾਵਾਂਗੇ ਅਸੀਂ। ਦਵਾਈਆਂ ਤੁਹਾਡੇ ਕੋਲ ਪੂਰੀਆਂ ਨਹੀਂ ਹੁੰਦੀਆਂ ਹਸਪਤਾਲਾਂ ਦੇ ਵਿੱਚ। ਤੀਸਰਾ ਹੈਗਾ ਜੀ ਵੀ 10 ਲੱਖ ਰੁਪਏ ਦਾ ਲੋਨ, 10 ਲੱਖ ਰੁਪਏ ਦਾ ਗਰੀਬ ਬੱਚਿਆਂ ਨੂੰ ਲੋਨ ਦਿੱਤਾ ਜਾਵੇ ਤਾਂ ਕਿ ਕੋਈ ਅਸੀਂ ਆਪਦਾ ਬਿਜ਼ਨਸ ਕਰ ਸਕੀਏ, ਕਿਉਂਕਿ ਨੌਕਰੀਆਂ ਤਾਂ ਪੰਜਾਬ 'ਚ ਹੈ ਨਾ ਹੀ ਮਿਲਣੀਆਂ। 73 ਸਾਲ ਹੋ ਗਏ ਲਾਰੇ ਲਾਉਂਦੇ ਆ ਇੰਨੀਆਂ ਨੌਕਰੀਆਂ ਕੱਢਾਂਗੇ, ਅਜੇ ਤੱਕ ਨਹੀਂ ਮਿਲੀਆਂ। ਸਾਡੇ ਜਿਹੜੇ ਐਸਸੀ ਵਰਗ ਨਾਲ ਸੰਬੰਧਿਤ ਲੋਕ ਉਹਨਾਂ ਨੂੰ ਇੱਕ ਸਕੀਮ ਦੇ ਦਿਓ 10 ਲੱਖ ਰੁਪਇਆ ਲੋਨ, ਜਿਹੜੇ ਕਿ ਆਪਦਾ ਕੋਈ ਬਿਜ਼ਨਸ ਕਰ ਸਕਣ, ਆਪਦਾ ਕੋਈ ਸਾਈਡ ਬਿਜ਼ਨਸ ਕਰ ਲੈਣ, ਕੋਈ ਮੱਝਾਂ ਪਾਲ ਲੈਣ, ਕੋਈ ਡੇਅਰੀਆਂ ਕਰ ਲੈਣ, ਕੋਈ ਮੁਰਗੀ ਖਾਨਾ ਖੋਲ ਲੇ, ਕੋਈ ਹੋਰ ਕੋਈ ਮੱਛੀ ਪਾਲਣ ਖੋਲ ਲੇ, ਕੋਈ ਸ਼ਹਿਦ ਮੱਖੀ ਇਹ ਨਾ ਖੋਲ ਲੈਣ। ਇਹੋ ਜਿਹੀਆਂ ਸਕੀਮਾਂ ਦੇ ਦਿਓ, 10 ਲੱਖ ਦਾ ਲੋਨ ਦਿਓ, ਸਾਡੇ ਬੱਚੇ ਭੁੱਖੇ ਨਾ ਮਰਨ, ਅਸੀਂ ਆਪਦਾ ਵਧੀਆ ਗੁਜ਼ਾਰਾ ਕਰ ਸਕੀਏ, ਸਾਨੂੰ ਨੌਕਰੀਆਂ ਦੀ ਲੋੜ ਨਹੀਂ, 10 ਲੱਖ ਰੁਪਇਆ ਦਿਓ ਸਾਨੂੰ। ਇਹ ਵੀ ਬਹੁਤ ਵੱਡੀ, ਇਹ ਵੀ ਉਹਦੇ ਵਿੱਚ ਹੈਗੀ ਹੈ ਧਰਨੇ ਦੇ ਵਿੱਚ, ਜਿਹੜਾ ਕਿ ਧਰਨਾ ਅਸੀਂ ਉੱਤੇ ਮੰਗਾਂ ਰੱਖੀਏ। ਅੱਗੇ ਆ ਗਿਆ ਜੀ ਲਾਲ ਲਕੀਰ ਦੇ ਅੰਦਰ ਪਲਾਟਾਂ ਦੀ ਰਜਿਸਟਰੀ ਪਲਾਟ ਧਾਰਕਾਂ ਨੂੰ ਬਿਲਕੁਲ ਮੁਫਤ ਕਰੋ, ਕਿਉਂਕਿ ਆਮ ਲੋਕ ਤਾਂ ਕਰਾ ਲੈਂਦੇ ਆ ਪਰ ਗਰੀਬ ਬੰਦਾ ਨਹੀਂ ਕਰਾ ਸਕਦਾ ਰਜਿਸਟਰੀ। ਮਾਨ ਸਾਹਿਬ ਰਜਿਸਟਰੀ ਦੀਆਂ ਫੀਸਾਂ ਬਹੁਤ ਵੱਧ ਚੁੱਕੀਆਂ। ਲਾਲ ਲਕੀਰ ਦੇ ਅੰਦਰ ਜਿਨ੍ਹਾਂ ਦੇ ਵੀ ਪਲਾਟ ਹੈਗੇ ਆ, ਐਸਸੀ ਵਰਗ ਨਾਲ ਸੰਬੰਧਿਤ ਲੋਕ ਆ, ਉਹਨਾਂ ਦੀ ਰਜਿਸਟਰੀ ਫ੍ਰੀ ਕਰੋ ਜੀ। ਪਲਾਟਾਂ ਦੀ ਜਿਹੜੀ ਮੁਫਤ ਪਲਾਟਾਂ ਦੀ ਰਜਿਸਟਰੀ ਫ੍ਰੀ ਕਰ ਦਿਓ, ਮੁਫਤ ਕਰ ਦਿਓ ਬਿਲਕੁਲ, ਤਾਂ ਕਿ
ਅਸੀਂ ਵਧੀਆ ਗੁਜ਼ਾਰਾ ਕਰ ਸਕੀਏ, ਅਸੀਂ ਆਰਥਿਕ ਪੱਖੋਂ ਵੀ ਕਮਜ਼ੋਰ ਨਾ ਹੋਈਏ। ਇਸ ਕਰਕੇ ਮਾਨ ਸਾਹਿਬ ਇਹੀ ਚੀਜ਼ਾਂ ਸਾਡੀਆਂ ਅਸੀਂ ਧਰਨੇ ਦੌਰਾਨ ਬੋਲਾਂਗੇ ਵੀ, ਲਿਆਵਾਂਗੇ ਵੀ, ਇਹੀ ਸਾਡੀਆਂ ਬੇਨਤੀਆਂ ਹੋਣਗੀਆਂ ਇਸ ਧਰਨੇ ਦੇ ਦੌਰਾਨ। ਤੇ ਮੈਂ ਬੇਨਤੀ ਕਰ ਦਿੰਦਾ ਸਾਡੇ SC ਵਰਗ, BC ਵਰਗ ਤੇ ਹੋਰ ਸ਼੍ਰੇਣੀਆਂ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਹੈ ਕਿ ਕੱਲ 14/7/2022 ਤੋਂ ਆਪਾਂ ਧਰਨਾ ਲਾ ਰਹੇ ਹਾਂ ਜੀ ਇੱਕ ਅਣਮਿੱਥੇ ਸਮੇਂ ਲਈ, ਜਿਹਦੀ ਅਗਵਾਈ ਤਾਂ ਪ੍ਰਗਟ ਸਿੰਘ ਰਾਜਿਆਣਾ ਸਾਹਿਬ ਕਰ ਰਹੇ ਆ ਜੀ। ਉਹਨਾਂ ਦਾ ਆਪਾਂ ਸਮਰਥਨ ਕਰੀਏ ਤੇ ਇਸ ਧਰਨੇ ਨੂੰ ਆਪਾਂ ਸਫਲ ਕਰੀਏ। ਜੇਕਰ ਇਹ ਆਪਣਾ ਧਰਨਾ ਸਫਲ ਹੁੰਦਾ ਹੈ ਤੇ ਆਪਾਂ ਕਾਮਯਾਬ ਹੋਵਾਂਗੇ। ਮਾਨ ਸਾਹਿਬ ਨੂੰ ਬਾਰ-ਬਾਰ ਫੇਰ ਅਪੀਲ ਕਰਕੇ, ਮਾਨ ਸਾਹਿਬ ਜੇਕਰ ਤੁਸੀਂ ਬਾਬਾ ਸਾਹਿਬ ਦੀ ਫੋਟੋ ਜਿਹੜੀ ਲਾਈ ਹੈ ਉਹਨਾਂ ਦੇ ਐਡੇ ਹੀ ਚਿੰਤਤ ਹੋ ਤਾਂ ਆਹ ਜਿਹੜੀਆਂ ਅਸੀਂ ਮੰਗਾਂ ਰੱਖੀਆਂ ਇਹ ਬਹੁਤ ਜ਼ਰੂਰੀ ਹੈ ਜੀ। ਰਿਜ਼ਰਵ ਕੋਟੇ ਨੂੰ ਵਧਾਇਆ ਜਾਵੇ, ਜਿਹੜੇ ਤੁਸੀਂ AG ਭਰਤੀ ਕਰਨੇ 178 ਉਹਦੇ ਵਿੱਚ ਵੀ ਤੁਸੀਂ ਰਿਜ਼ਰਵੇਸ਼ਨ ਨਹੀਂ ਰੱਖੀ ਹੋਈ, ਉਹਦੇ ਵਿੱਚ ਵੀ ਰਿਜ਼ਰਵੇਸ਼ਨ ਰੱਖੀ ਜਾਵੇ, ਵੱਧ ਅਧਿਕਾਰ ਦਿੱਤੇ ਜਾਣ SC ਵਰਗ ਨੂੰ। ਇਸ ਕਰਕੇ ਮਨਰੇਗਾ ਦਾ ਜਿਹੜਾ ਮੈਂ ਮਸਲਾ ਚੁੱਕਿਆ, ਮਨਰੇਗਾ ਦੇ ਸੰਬੰਧ ਦੇ ਵਿੱਚ ਜੇ ਵੀ ਕੋਈ ਆਉਂਦਾ ਜਿਹਨੇ ਕੋਈ ਘਪਲਾ ਕੀਤਾ ਹੈ ਜਾਂ ਕੋਈ ਵੀ ਘਪਲਾ ਕੀਤਾ ਜਿਹਨੇ ਮਨਰੇਗਾ ਦੇ ਵਿੱਚ, ਉਹਨਾਂ ਦੇ ਵੀ ਪਰਚਾ ਦਰਜ ਕੀਤਾ ਜਾਵੇ। ਇਸ ਕਰਕੇ ਮੈਂ ਹੱਥ ਜੋੜ ਕੇ ਦੁਬਾਰਾ ਫੇਰ ਸਮਾਜ ਦੇ ਚਿੰਤਕ ਲੋਕ ਤੇ ਬੁੱਧੀਜੀਵੀ ਲੋਕਾਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਹੈ ਕਿ ਕੱਲ ਵਾਲਾ ਜਿਹੜਾ ਧਰਨਾ ਲੱਗਣਾ ਆਪਣਾ ਤੇ ਭੁੱਲਿਓ ਨਾ ਵੀਰ ਬਣ ਕੇ, ਕਿਉਂਕਿ ਆਪਾਂ ਇੱਥੇ ਮਾਰ ਖਾਂਦੇ ਆ ਕੇ। ਜੇਕਰ ਆਪਾਂ ਸਰਕਾਰਾਂ ਨੂੰ ਜਗਾਵਾਂਗੇ ਨਾ ਜਗਾਵਾਂਗੇ ਤਾਂ ਆਪਾਂ ਨੂੰ ਕੁਝ ਨਹੀਂ ਮਿਲਦਾ। ਜਦੋਂ ਬੱਚਾ ਰੋਂਦਾ ਨਾ ਦੁੱਧ ਮਾਂ ਉਦੋਂ ਹੀ ਦਿੰਦੀ ਹੈ ਵੀ ਲੈ ਲਾ ਦੁੱਧ। ਜੇ ਆਪਾਂ ਰੋਵਾਂਗੇ, ਰੌਲਾ ਪਾਵਾਂਗੇ ਤਾਂ ਫੇਰ ਹੀ ਆਪਣੀ ਸੁਣਵਾਈ ਹੋਣੀ ਹੈ, ਨਹੀਂ ਆਪਣੀ ਸੁਣਵਾਈ ਨਹੀਂ ਹੋਣੀ। ਇਸ ਕਰਕੇ ਅਗਲੇ ਲਾਈਨ ਦੇ ਵਿੱਚ ਹੋਰ ਵੀ ਚੀਜ਼ਾਂ ਲੈ ਕੇ ਆਵਾਂਗੇ ਤੇ ਧਰਨੇ ਨੂੰ ਆਪਾਂ ਕਾਮਯਾਬ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸਰਦਾਰ।